ਜੇ ਅਸੀਂ ਡਿਫਾਈਨ ਕਰੀਏ ਕਿ ਵੀ ਇਹ ਆਬਜੈਕਟ ਮੇਰਾ ਜਿਹੜਾ ਵਾ ਇਹ ਪੁਆਇੰਟ ਸਾਈਜ਼ ਨਾ ਹੋ ਕੇ ਇਹ ਆਬਜੈਕਟ ਮੇਰਾ ਫਾਈਨਾਈਟ ਸਾਈਜ਼ ਦਾ ਹੋਵੇ ਤੇ ਜਦੋਂ ਆਬਜੈਕਟ ਫਾਈਨਾਈਟ ਸਾਈਜ਼ ਦਾ ਹੋਏਗਾ ਨਾ ਤੇ we said this object is made up of a large number of constituent particles क्या आ गल समझ लगी पहलो फिर रिपीट करियो ਅਸੀਂ ਇਹ ਕਿਹਾ ਕਿ ਜੇ ਸਿੰਗਲ ਪਾਰਟੀਕਲ ਆ ਤੇ ਸਿੰਗਲ ਪਾਰਟੀਕਲ ਪੁਆਇੰਟ ਆਬਜੈਕਟ ਆ ਤੇ ਜੇ ਮੇਰਾ ਪਾਰਟੀਕਲ ਪੁਆਇੰਟ ਆਬਜੈਕਟ ਨਾ ਹੋਵੇ ਇੱਕ ਪਾਰਟੀਕਲ ਤੋਂ ਬੜੀ ਬਾਡੀ ਹੋਵੇ ਤੇ ਸਿਰਫ ਪੁਆਇੰਟ ਆਬਜੈਕਟ ਕਹਿੰਦੇ ਆ ਤੇ ਜੇ ਮੇਰੇ ਮਲਟੀਪਲ ਪਾਰਟੀਕਲ ਤੋਂ ਬਣੀ ਬਾਡੀ ਹੋਵੇ ਤੇ ਅਸੀਂ ਇਹਨੂੰ ਫਾਈਨਾਈਟ ਸਾਈਜ਼ ਬਾਡੀ ਕਹਿੰਦੇ ਆ ਤੇ ਜੇ ਆ ਮੇਰੀ ਆਪਣੇ ਆਪ ਚ ਪੂਰਾ ਸਰਕਲ ਇਹ ਹੁਣ ਪਾਥ ਨਹੀਂ ਹੈਗਾ ਇਹ ਪੂਰੀ ਦੀ ਪੂਰੀ ਇੱਕ ਬਾਡੀ ਗਿਵਨ ਆ ਮੈਨੂੰ ਇਸ ਬਾਡੀ ਦੇ ਅੰਦਰ ਜਿਹਨੂੰ ਤੁਸੀਂ ਇੱਥੇ ਡਾਟ ਨਾ ਦਿਖਾਣੇ ਪਏ ਜਿਹਨੂੰ ਤੁਸੀਂ ਇੱਥੇ ਡਾਟ ਨਾ ਦਿਖਾਣੇ ਪਏ ਇਹ ਡਾਟ ਸਾਈਜ਼ ਬਾਡੀ ਨਹੀਂ ਏਡੇ ਵੱਡੇ ਸਾਈਜ਼ ਚ ਬਾਡੀ ਹੈ ਅਸੀਂ ਕਹਿੰਦੇ ਇਸ ਬਾਡੀ ਦੇ ਅੰਦਰ ਲਾਰਜ ਨੰਬਰ ਆਫ ਕੰਸਟੀਟੂਐਂਟ ਪਾਰਟੀਕਲ ਆ ਯਾਨੀ ਇਹ ਬਾਡੀ ਕਿੰਨੇ ਸਾਰੇ ਪਾਰਟੀਕਲ ਤੋਂ ਬਣੀ ਤੇ ਜਦੋਂ ਮੈਂ ਐਸ ਚ ਇਹਦੇ ਅੰਦਰ ਹਰ ਇੰਡੀਵਿਜੂਅਲ ਪੁਆਇੰਟ ਸਾਈਜ਼ ਪਾਰਟੀਕਲ ਦੀ ਮੋਸ਼ਨ ਕੰਸੀਡਰ ਕਰਾਂਗਾ ਤੇ ਮੈਂ ਇਹਦੇ ਅੰਦਰ ਆ ਕਹੂੰਗਾ ਕਿ ਵੀ ਹਰ ਪਾਰਟੀਕਲ ਆਪਣੇ ਇੱਕ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ ਹਰ ਪਾਰਟੀਕਲ ਆਪਣੇ ਇੱਕ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ ਹਰ ਪਾਰਟੀਕਲ ਜਿਹੜਾ ਆਪਣੇ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ ਉਹਦਾ ਇੱਕ ਸੈਂਟਰ ਹੋਏਗਾ ਤੇ ਜੇ ਸਾਰੇ ਪਾਰਟੀਕਲ ਦੇ ਸੈਂਟਰ ਨੂੰ ਮੈਂ ਜੁਆਇਨ ਕਰ ਦਵਾਂ ਤੇ ਅਸੀਂ ਕਹਿੰਦੇ ਜੀ ਇਹਦੇ ਸੈਂਟਰ 'ਚ ਇਹਦਾ ਇੱਕ ਐਕਸਿਸ ਆਫ ਰੋਟੇਸ਼ਨ ਹੋਏਗਾ ਇਹਦਾ ਮਤਲਬ ਆ ਜਦੋਂ ਮੇਰੇ ਕੋਲ ਪੁਆਇੰਟ ਸਾਈਜ਼ ਬਾਡੀ ਆ ਉਹਦੀ ਮੋਸ਼ਨ ਸਰਕੂਲਰ ਮੋਸ਼ਨ ਆ ਪਰ ਜੇ ਫਾਈਨਾਈਟ ਸਾਈਜ਼ ਬਾਡੀ ਆ ਤੇ ਫਾਈਨਾਈਟ ਸਾਈਜ਼ ਬਾਡੀ ਇਹਨਾਂ ਕੰਸਟੀਟੂਐਂਟ ਪਾਰਟੀਕਲ ਤੋਂ ਬਣੀ ਆ ਇਹਨਾਂ ਵਿੱਚੋਂ ਹਰ ਕੰਸਟੀਟੂਐਂਟ ਪਾਰਟੀਕਲ ਦੀ ਆਪਣੇ ਆਪ 'ਚ ਸਰਕੂਲਰ ਮੋਸ਼ਨ ਆ ਪਰ ਔਨ ਦਾ ਹੋਲ ਪੂਰੀ ਬਾਡੀ ਦੀ ਮੋਸ਼ਨ ਸਟੱਡੀ ਕਰਨੀ ਹੋਵੇ ਠੀਕ ਹੈ ਤਾਂ ਅਸੀਂ ਕਹਿੰਦੇ ਜੀ ਇਹ ਪੂਰੀ ਬਾਡੀ ਆਪਣੇ ਇਸ ਐਕਸਿਸ ਦੇ ਅਬਾਊਟ ਮੂਵ ਕਰਦੀ ਤੇ ਫਿਰ ਜਦੋਂ ਬਾਡੀ ਐਕਸਿਸ ਦੇ ਅਬਾਊਟ ਮੂਵ ਕਰਦੀ ਆ ਅਸੀਂ ਕਹਿੰਦੇ ਜੀ ਇਹ ਉਹਦੀ ਰੋਟੇਸ਼ਨਲ ਮੋਸ਼ਨ ਆ ਕੀ ਇੰਨੀ ਗੱਲ ਸਮਝ ਆਈ Yes, sir. यस ਹੁਣ ਇਹੀ ਵਰਡ ਲੈ ਕੇ ਆਪਾਂ ਇਸ ਫਿਗਰ 'ਚ ਚੱਲਦੇ ਜਦੋਂ ਅਰਥ ਆਪਣੇ ਐਕਸਿਸ ਦੇ ਅਬਾਊਟ ਰੋਟੇਟ ਕਰਦੀ ਵੀ ਵਿਦ ਐਂਗੂਲਰ ਵੈਲੋਸਿਟੀ ਓਮੇਗਾ ਤੇ ਅਸੀਂ ਮੰਨਦੇ ਅਰਥ ਤੇ ਪਿਆ ਹਰ ਪਾਰਟੀਕਲ ਜਿਹੜਾ ਨਾ ਉਹ ਵੀ ਆਪਣੀ ਇੱਕ ਸਰਕੂਲਰ ਮੋਸ਼ਨ 'ਚ ਯਾਨੀ ਇੱਥੇ ਜਿਹੜਾ ਆ P ਪੁਆਇੰਟ ਤੇ ਪਾਰਟੀਕਲ ਪਿਆ ਇਹ ਆਪਣੀ ਇੱਕ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰਦਾ ਵਾ ਅਰਥ ਦੀ ਰੋਟੇਸ਼ਨ ਆ ਤੇ ਅਰਥ ਤੇ ਪਏ ਜਿਹੜੇ ਕੰਸਟੀਟੂਐਂਟ ਪਾਰਟੀਕਲਸ ਨੇ ਉਹਨਾਂ ਦੀ ਸਰਕੂਲਰ ਮੋਸ਼ਨ ਆ और जेरे सर्कल च आ पार्टिकल मूव करदा पे एदा रेडियस मान लिया स्मॉल r आ अर्थ दा रेडियस ਅਸੀਂ डिफाइन करदे पे जेड़ा आ अर्थ दा रेडियस आ ए मेरा कैपिटल r आ अर्थ दा रेडियस मेरा कैपिटल r आ ਤੇ ਜਿਹੜਾ ਕੰਸਟੀਟੂਐਂਟ ਪਾਰਟੀਕਲ ਆਪਣੇ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ ਠੀਕ ਹੈ ਜੀ ਉਹਦਾ ਰੇਡੀਅਸ ਸਮਾਲ r ਮੰਨਿਆ ਤੇ ਦੂਜੇ ਪਾਸੇ ਜੇ ਮੈਂ ਆ ਲਾਈਨ ਨੂੰ ਤੇ ਆ ਲਾਈਨ ਨੂੰ ਪੈਰਲਲ ਲਵਾਂ ਇਹਨੂੰ ਮੈਂ ਟ੍ਰਾਂਸਵਰਸਲ ਬਣਾਵਾਂ ਤੇ ਆ ਲੈਮਡਾ ਤੇ ਇੱਥੇ ਐਂਗਲ ਲੈਮਡਾ ਦੀ ਵੈਲਿਊ ਸੇਮ ਆ ਕਿ ਇਨਾ ਕਲੀਅਰ यस सर Yes. ਅਸੀਂ ਇਹ ਡਿਫਾਈਨ ਕਰਦੇ ਕਿ ਜਿਹੜੀ ਵੀ ਬਾਡੀ ਐਸ ਸੱਚ ਸਰਕੂਲਰ ਪਾਥ ਤੇ ਮੂਵ ਕਰਦੀ ਆ ਠੀਕ ਹੈ ਅੰਡਰ ਕੰਪਲਸ਼ਨ ਦਾ ਮਤਲਬ ਆ ਕਿ ਵੀ ਹਰ ਬਾਡੀ ਜਿਹਨੇ ਸਰਕੂਲਰ ਪਾਥ ਤੇ ਮੂਵ ਕਰਨਾ ਉਹਨੂੰ ਸੈਂਟਰੀਪੀਟਲ ਫੋਰਸ ਚਾਹੀਦੀ ਆ ਪਰ ਕਿਉਂਕਿ ਬਾਡੀ ਦੀ ਨੈਚੁਰਲ ਟੈਂਡੈਂਸੀ ਇਹ ਹੁੰਦੀ ਹੈ ਕਿ ਵੀ ਬਾਡੀ ਸਰਕੂਲਰ ਪਾਥ ਨੂੰ ਲੀਵ ਕਰਕੇ ਸਟ੍ਰੇਟ ਲਾਈਨ ਪਾਥ ਤੇ ਨਿਕਲੇ ਠੀਕ ਹੈ ਜੇ ਮੈਂ ਇੱਕ ਸਟੋਨ ਨੂੰ ਥ੍ਰੈਡ ਨਾਲ ਬੰਨ ਕੇ ਘੁਮਾਉਣਾ ਪਿਆ ਠੀਕ ਹੈ ਜੀ ਉਦੋਂ ਤੱਕ ਉਹਨੇ ਸਰਕੂਲਰ ਪਾਥ ਤੇ ਘੁੰਮਣਾ ਜਦੋਂ ਤੱਕ ਘੁਮਾਵਾਂਗਾ ਜਿੱਦਾਂ ਹੀ ਇਥੋਂ ਸਟ੍ਰਿੰਗ ਬ੍ਰੇਕ ਕੀਤੀ ਤੇ ਉਹਨੇ ਸਰਕਲ ਪੂਰਾ ਨਹੀਂ ਕਰਨ ਜਾਣਾ ਉਹਨੇ ਉਸੇ ਪੁਆਇੰਟ ਤੇ ਅਲੋਂਗ ਦਾ ਟੈਂਜੈਂਟ ਸਟ੍ਰੇਟ ਲਾਈਨ ਤੇ ਨਿਕਲ ਜਾਣਾ ਯਾਨੀ ਬਾਡੀ ਦੀ ਨੈਚੁਰਲ ਟੈਂਡੈਂਸੀ ਆ ਕਿ ਬਾਡੀ ਹਮੇਸ਼ਾ ਸਟ੍ਰੇਟ ਪਾਥ ਤੇ ਚੱਲਦੀ ਹੈ ਤੇ ਜਿਹੜੀ ਫੋਰਸ ਬਾਡੀ ਨੂੰ ਸਰਕੂਲਰ ਪਾਥ ਤੋਂ ਕੱਢ ਕੇ ਸਟ੍ਰੇਟ ਪਾਥ ਤੇ ਲੈ ਕੇ ਜਾਣਾ ਚਾਹੁੰਦੀ ਆ ਅਸੀਂ ਇਹਨੂੰ ਨਾਮ ਦਿੰਨੇ ਉਹ ਸੈਂਟਰੀਫਿਊਗਲ ਫੋਰਸ ਆ ਸੈਂਟਰੀਪੀਟਲ ਹਮੇਸ਼ਾ ਬਾਡੀ ਨੂੰ ਟੁਵਰਡਸ ਦਾ ਸੈਂਟਰ ਰੱਖਣਾ ਚਾਹੁੰਦੀ ਤੇ ਸੈਂਟਰੀਫਿਊਗਲ ਹਮੇਸ਼ਾ ਬਾਡੀ ਨੂੰ ਸੈਂਟਰ ਤੋਂ ਅਵੇ ਲੈ ਕੇ ਜਾਣਾ ਚਾਹੁੰਦੀ ਠੀਕ ਹੈ ਤੇ ਉਸੇ ਫੋਰਸ ਦੀ ਗੱਲ ਇੱਥੇ ਕਰ ਰਹੇ ਆਪਾਂ ਇੱਕ ਫਾਰਮੂਲਾ ਪੜਿਆ ਸੀਗਾ ਸੈਂਟਰੀਪੀਟਲ ਐਕਸਲਰੇਸ਼ਨ ਦਾ वैल्यू ਸੀਗੀ v² r ਜਾਂ r ओमेगा स्क्वायर ਤੇ ਜੇ ਮੈਂ ਫੋਰਸ ਲਿਖਣੀ ਹੋਵੇ ਤੇ ਫੋਰਸ ਮਾਸ ਇਨਟੂ ਐਕਸਲਰੇਸ਼ਨ ਹੁੰਦੀ ਹੈ ਇਹਦਾ ਮਤਲਬ ਜੇ ਮੈਂ ਇਧਰ m ਨਾਲ ਮਲਟੀਪਲਾਈ ਕਰ ਰਿਹਾ ਤੇ ਇਹਨੂੰ ਵੀ m ਨਾਲ ਮਲਟੀਪਲਾਈ ਕਰ ਲਓ mv² r ਜਾਂ mr ओमेगा स्क्वायर ਇਹ ਮੇਰੀ ਸੈਂਟਰੀਪੀਟਲ ਤੇ ਸੈਂਟਰੀਫਿਊਗਲ ਠੀਕ ਹੈ ਜੀ ਦੋਨੋਂ ਟਾਈਪ ਦੀ ਫੋਰਸ ਦੀ ਸਟਰੈਂਥ ਹੈਗੀ ਕੀ ਇੰਨੀ ਗੱਲ ਸਮਝ ਲੱਗੀ Yes, sir. ਹੁਣ ਇਹਦੇ ਬਿਹਾਫ ਤੇ ਆਪਾਂ ਇੱਥੋਂ ਕੀ ਗੱਲ ਜੋੜਨ ਲੱਗੇ
कि ਜਦੋਂ ਪਾਰਟੀਕਲ ਜਿਹੜਾ ਵਾ ਉਹ ਅੰਡਰ ਕੰਪਲਸ਼ਨ ਕਹਿੰਦਾ ਜੀ ਸਰਕੂਲਰ ਪਾਥ ਤੇ ਮੂਵ ਕਰ ਰਿਹਾ ਤੇ ਇੱਕ ਫੋਰਸ ਹਰ ਵੇਲੇ ਉਸ ਪਾਰਟੀਕਲ ਤੇ ਐਕਟ ਕਰਦੀ ਪਈ ਜਿਹੜੀ ਇਹਨੂੰ ਇਹਦੇ ਸਰਕੂਲਰ ਪਾਥ ਤੋਂ ਅਵੇ ਲੈ ਕੇ ਜਾਣਾ ਚਾਹ ਰਹੀ ਐਂਡ ਦੈਟ ਫੋਰਸ ਇਜ਼ ਕਾਲਡ ਦ ਸੈਂਟਰੀਫਿਊਗਲ ਫੋਰਸ ਵੈਲਿਊ ਸੈਂਟਰੀਪੀਟਲ ਦੇ ਬਰਾਬਰ ਹੀ ਹੁੰਦੀ ਸੈਂਟਰੀਪੀਟਲ ਟੁਵਰਡਸ ਦਾ ਸੈਂਟਰ ਲੱਗਦੀ ਸੈਂਟਰੀਫਿਊਗਲ ਅਵੇ ਫਰਮ ਦਾ ਸੈਂਟਰ ਹੋਏਗੀ यानी इस पार्टिकल वाले P पॉइंट पे एक फोर्स इतने बाहर ਨੂੰ ਲੱਗਦੀ ਪਈ ਆ ਜਿਹਨੂੰ ਸੈਂਟਰੀਫਿਊਗਲ ਫੋਰਸ ਕਹਿ ਰਹੇ ਆ ਕੀ ਗੱਲ ਸਮਝ ਆਈ यस sir. ਚਲ ਹੁਣ ਇਸੇ ਚੀਜ਼ ਨੂੰ ਹਜੇ ਸਮਝੀ ਚੱਲਿਓ ਜਿਹੜੀ ਫਿਗਰ ਮੇਨ ਸਭ ਤੋਂ ਪਹਿਲਾਂ ਸਮਝਣ ਵਾਲੀ ਹੈ ਬੇਟਾ ਜੇ ਆ ਪਾਰਟੀਕਲ ਅਸੀਂ ਮੰਨੀਏ ਅਰਥ ਦੀ ਸਰਫੇਸ ਤੇ ਲਾਈ ਕਰਦਾ ਪਿਆ ਆਹੀ P ਪੁਆਇੰਟ ਤੇ ਔਰ ਇਸ ਵੇਲੇ ਅਸੀਂ ਅਰਥ ਦੀ ਕੋਈ ਰੋਟੇਸ਼ਨ ਨਹੀਂ ਕਹਿੰਦੇ ਪਏ ਤੇ ਜੇ ਮੈਂ ਅਰਥ ਦੀ ਰੋਟੇਸ਼ਨ ਨਾ ਗਿਣਾ ਤਾਂ ਅਸੀਂ ਕਹਿੰਦੇ ਜੀ ਬਾਡੀ ਦਾ weight ਜਿਹੜਾ ਹੈ ਨਾ ਪਾਰਟੀਕਲ P ਤੇ ਪਿਆ ਜਿਹਦਾ ਮਾਸ m ਆ ਤੇ ਬਾਡੀ ਦਾ weight ਹੁੰਦਾ mg ਤੇ weight ਕਿੱਧਰ ਨੂੰ ਲਾਈ ਕਰਦਾ ਜੀ सेंटर towards the center ਹਮੇਸ਼ਾ ਅਸੀਂ ਕਹਿੰਦੇ ਬਾਡੀ ਦਾ weight ਹਮੇਸ਼ਾ towards the center ਯਾਨੀ ਆ ਪਾਰਟੀਕਲ P ਜਿਹਦਾ ਮਾਸ m ਹੈਗਾ ਇਹਦਾ weight towards the center ਆਏਗਾ ਯਾਨੀ ਇਸ ਡਾਇਰੈਕਸ਼ਨ 'ਚ ਪਾਰਟੀਕਲ ਦਾ weight ਸੀਗਾ mg ਦੇ ਬਰਾਬਰ ਪਰ ਜੇ ਮੈਂ ਅਰਥ ਦੀ ਰੋਟੇਸ਼ਨ ਗਿਣ ਲਈ ਜਦੋਂ ਅਸੀਂ ਕਿਹਾ ਅਰਥ ਦੀ ਰੋਟੇਸ਼ਨ ਅਸੀਂ ਮੰਨਦੇ g ਦੇ ਵਿੱਚ ਚੇਂਜ ਆਈ ਆ ਤੇ ਇਹਦਾ ਮਤਲਬ ਜੇ g ਚੇਂਜ ਹੋ ਗਿਆ ਤਾਂ ਅਸੀਂ ਮੰਨਦੇ ਬਾਡੀ ਦਾ weight ਵੀ ਚੇਂਜ ਹੋਏਗਾ ਹੁਣ ਉਸ ਇਨਸਟੈਂਟ ਤੇ origignal ਕੰਡੀਸ਼ਨ ਆ ਸੀ ਜਦੋਂ ਅਰਥ ਦੀ ਰੋਟੇਸ਼ਨ ਨਾਲ ਜੋੜ ਦਿੱਤੀ ਅਸੀਂ ਮੰਨਿਆ ਉਦੋਂ ਇਸ ਪਾਰਟੀਕਲ ਤੇ ਇੱਕ ਹੋਰ ਫੋਰਸ ਲੱਗੀ ਇੱਕ ਦਾ weight ਦੇ ਬਰਾਬਰ ਫੋਰਸ ਸੀਗੀ ਇੱਕ ਇਸ ਪਾਰਟੀਕਲ ਤੇ ਐਡੀਸ਼ਨਲ ਫੋਰਸ ਲੱਗਣੀ ਸ਼ੁਰੂ ਹੋ ਗਈ which is called as a centrifugal force ਯਾਨੀ ਹੁਣ ਇਸ ਫਿਗਰ ਦੇ ਵਿੱਚ ਇਸ ਪਾਰਟੀਕਲ P ਦੇ ਉੱਤੇ ਦੋ ਫੋਰਸਿਸ ਆ ਗਈਆਂ ਇੱਕ ਟੁਵਰਡਸ ਦਾ ਸੈਂਟਰ ਪਹਿਲਾਂ ਲਾਈ ਕਰਦੀ ਪਈ ਸੀਗੀ ਔਰ ਟੁਵਰਡਸ ਦਾ ਸੈਂਟਰ ਫੋਰਸ ਸੀਗੀ ਮੇਰੀ mg ਤੇ ਜਦੋਂ ਆ ਫੋਰਸ fc ਦੂਜੀ ਲੱਗੀ ਤੇ ਇਸ ਪਾਰਟੀਕਲ ਤੇ ਦੋ ਫੋਰਸਿਸ ਆ ਗਈਆਂ ਠੀਕ ਹੈ ਜੀ ਇੱਕ ਮੇਰੇ ਕੋਲ ਫੋਰਸ ਜਿਹੜੀ ਆ po ਦੇ ਅਲੋਂਗ ਆ ਗਈ ਇੱਕ ਫੋਰਸ ਮੇਰੀ ਆ pb ਦੇ ਅਲੋਂਗ ਆ ਗਈ ਦੋ ਫੋਰਸਿਸ ਆ ਗਈਆਂ ਕਿ ਇੰਨੀ ਗੱਲ ਸਮਝ ਆਈ यस Yes, sir. ਪਾਰਟੀਕਲ ਜਿਹੜਾ ਹੈਗਾ m ਮਾਸ ਵਾਲਾ ਜਿਹੜਾ ਪਾਰਟੀਕਲ ਆ ਇਹ ਅੰਡਰ ਟੂ ਫੋਰਸਸ ਹੋ ਗਿਆ ਇੱਕ ਆਪਣਾ weight ਤੇ ਇੱਕ ਜਿਹੜੀ ਸੈਂਟਰੀਫਿਊਗਲ ਹੋ ਗਈ ਤੇ ਮੈਨੂੰ ਇਹ ਪਤਾ ਕਿ ਕਿਸੇ ਵੀ ਬਾਡੀ ਤੇ ਜੇ ਦੋ ਫੋਰਸਸ ਲਾਈ ਕਰਦੀਆਂ ਤੇ ਅਸੀਂ ਉਹਨਾਂ ਦੋ ਫੋਰਸਸ ਦਾ ਰਿਜ਼ਲਟੈਂਟ ਕੱਢੀਦਾ ਇਹ ਇਸ ਵੇਲੇ ਦੋਨੋਂ ਫੋਰਸਸ ਜਿਹੜੀਆਂ ਨੇ ਉਹ ਟੇਲ ਟੂ ਟੇਲ ਅਟੈਚ ਆ ਤੇ ਜਿਹੜੀਆਂ ਦੋ ਫੋਰਸਸ ਟੇਲ ਟੂ ਟੇਲ ਹੋਣ ਇਹਦਾ ਰਿਜ਼ਲਟੈਂਟ ਪੈਰਲੋਗ੍ਰਾਮ ਲਾਅ ਨਾਲ ਕੱਢੀਦਾ ਯਾਨੀ ਇੱਥੇ ਇੱਕ ਪੈਰਲੋਗ੍ਰਾਮ ਕੰਪਲੀਟ ਕਰਾਂਗਾ ਇੱਥੇ ਇੱਕ ਪੈਰਲੋਗ੍ਰਾਮ ਕੰਪਲੀਟ ਕਰਾਂਗਾ ਤੇ ਆਹ ਪੈਰਲੋਗ੍ਰਾਮ ਦਾ ਜਿਹੜਾ ਡਾਇਗੋਨਲ ਹੋਏਗਾ ਠੀਕ ਹੈ ਜੀ ਇਹਨੂੰ ਹੋਰ ਥੋੜਾ ਅੰਦਰ ਬੈਂਡ ਦੇ ਦਿੰਦੇ ਆ ਜਿਹੜਾ ਮੇਰਾ ਪੈਰਲੋਗ੍ਰਾਮ ਦਾ ਡਾਇਗੋਨਲ ਹੋਏਗਾ ਉਹ ਇਹਨਾਂ ਦੋ ਫੋਰਸਸ ਦਾ ਰਿਜ਼ਲਟੈਂਟ ਬਣ ਜੂ ਯੈਸ ਸਰ ਜਿਹੜੀ ਰਿਜ਼ਲਟੈਂਟ ਫੋਰਸ ਮੇਰੀ ਇਸ ਲਾਈਨ ਦੇ ਉੱਤੇ ਆਏਗੀ ਜਿਹੜੀ ਰਿਜ਼ਲਟੈਂਟ ਫੋਰਸ ਮੇਰੀ ਇਸ ਲਾਈਨ ਦੇ ਉੱਤੇ ਆਏਗੀ ਜਿਹਨੂੰ ਆਪਾਂ PC ਕਹਿੰਦੇ ਪਏ ਇੱਥੇ ਫੋਰਸ ਦਾ ਨਾਮ ਅਸੀਂ mg ਡੈਸ਼ ਰੱਖ ਦਿੰਦੇ ਕੀ ਕਲੀਅਰ ਆ यस फिगर अपनी ऑलमोस्ट कंप्लीट है जी जे फिगर च कोई डाउट है तो एक बार जरूर बोल दियो जे फिगर क्लियर है तो अपन आगे कंटिन्यू करांगे फिगर क्लियर यस सर ਹੁਣ ਜੇ ਆ ਐਂਗਲ ਮੇਰਾ ਲੈਂਡਾ ਵਾ ਇੱਥੇ ਜਿਹੜਾ ਐਂਗਲ ਮੇਰੇ ਕੋਲ ਆ ਬਣ ਕੇ ਆਏਗਾ ਆ ਪੋਜੀਸ਼ਨ ਤੇ ਜਿਹੜਾ ਹਾਂਜੀ सर स्क्रीन थोड़ी हाँ जी स्क्रीन थोड़ी खल्ले करियो सर फ्लैप थोड़ा खल्ले करियो लैपटॉप ਜਿਹੜਾ ਐਂਗਲ ਮੇਰੇ ਕੋਲ ਇਸ ਪੋਜੀਸ਼ਨ ਤੇ ਬਣਨਾ ਇਹ ਐਂਗਲ ਮੇਰਾ 180 ਮਾਈਨਸ ਲੈਂਡਾ ਹੋ ਜੂ ਕਿਉਂਕਿ ਆ ਪੂਰਾ ਲਾਈਨ ਦਾ ਐਂਗਲ ਮੇਰਾ ਐਸਐਚ 180 ਆ ਉਹਦੇ ਚੋਂ ਆ ਐਂਗਲ ਮੇਰਾ ਜਿਹੜਾ ਡਿਫਾਈਨਡ ਹੋ ਰਿਹਾ ਠੀਕ ਹੈ ਜਿਹੜਾ ਇੱਥੇ ਮੇਰੇ ਕੋਲ ਐਂਗਲ ਡਿਫਾਈਨਡ ਹੋ ਰਿਹਾ ਇਹ ਮੇਰਾ ਲੈਂਡਾ ਵਾ ਤੇ ਜਿਹੜਾ ਬਾਕੀ ਦਾ ਪੈਂਡਿੰਗ ਇੰਨਾ ਐਂਗਲ ਹੋਏਗਾ ਇਹ ਮੇਰਾ 180 ਮਾਈਨਸ ਲੈਂਡਾ ਆ ਜੂ यस सर ਹੁਣ ਇੱਥੋਂ ਇਹਨੂੰ ਸ਼ੁਰੂ ਕਰ ਰਿਹਾ ਠੀਕ ਹੈ ਜੀ ਹੁਣ ਜੇ ਤੁਸੀਂ ਐਸਐਚ ਨਵੀਂ ਫੋਰਸ mg ਡੈਸ਼ ਦੀ ਫਾਰਮ ਚ ਕੱਢਣੀ ਆ ਜਿੰਨਾ g ਡੈਸ਼ ਨਿਕਲ ਕੇ ਆਏਗਾ ਤੇ ਆਪਾਂ ਇੱਥੇ ਪੁੱਤੇ ਰਿਜ਼ਲਟੈਂਟ ਦਾ ਫਾਰਮੂਲਾ ਲਗਾਉਣ ਲੱਗੇ ਵੀ ਨੋ ਦੈਟ ਜਿੰਨਾ ਮੈਂ ਹੁਣ ਤੱਕ ਐਕਸਪਲੇਨ ਕੀਤਾ ਇਹ ਥਿਊਰੀ ਨਾਲ ਲਿਖਣੀ ਜ਼ਰੂਰੀ ਆ ਜੇ ਪੇਪਰ 'ਚ ਜਾਂ ਟੈਸਟ 'ਚ ਪਾਣਾ ਤੁਸੀਂ ਨਹੀਂ ਲਿਖਦੇ ਮੈਂ ਨੰਬਰ ਕਟਿੰਗ ਕਰਾਂਗਾ ठीक है जी इसलिए इस चीज का याद रखियो we know that according to parallelogram law of vector addition according to parallelogram law of vector addition
ठीक है जी। r ਦਾ ਫਾਰਮੂਲਾ ਹੁੰਦਾ ਸਾਡੇ ਕੋਲ r equal to root of a square plus b square plus 2ab cos theta। ਆਪਣੇ वेरिएबल लिख दो ਕਿਹੜਾ ਕੀ ਹੈਗਾ। a ਆਪਣੇ ਕੋਲ mg ਆ ਗਿਆ, b ਆਪਣੇ ਕੋਲ fc ਆ ਗਿਆ ਜਿਹਦੀ ਵੈਲਿਊ mr ओमेगा स्क्वायर ਕਹਿੰਦੇ ਪਏ ਹੋ। ठीक है, और एंगल ਜਿਹੜਾ 2 ਦੇ ਵਿੱਚ ਆ ਗਿਆ ਆਪਣੇ ਕੋਲ ਉਹ 180 माइनस लैम्डा आ गया। ठीक है, और r की वैल्यू अपनी mg डैश आ। क्या वेरिएबल सारे क्लियर आ? Yes, sir. देखो Yes, इसे sir. पता कर दो mg डैश इक्वल टू रूट ऑफ mg स्क्वायर प्लस दूसरी टर्म अपने को आ जाएगी mr ओमेगा स्क्वायर दा होल स्क्वायर प्लस 2mg into mr ओमेगा स्क्वायर into cos of 180 minus lambda। वैल्यू सारी ਆਪਾਂ पुट अप कर लेंगे। क्लियर है ना? Yes, sir. मुझे चेक करो ਇੱਥੇ ਵੀ m स्क्वायर हैगा, ਇੱਥੇ ਵੀ m स्क्वायर हैगा, ਇੱਥੇ ਵੀ m स्क्वायर ਜਦੋਂ रूट ਤੋਂ ਬਾਹਰ ਆਊਗਾ m ਨਾ m कैंसिल हो जाना। अल्टीमेट अपनी इक्वेशन ਜਿਹੜੀ ਹੋਏਗੀ ਉਹ g डैश ਦੀ फॉर्म ਚ ਬਣेगी। g डैश इक्वल टू g स्क्वायर प्लस r ओमेगा स्क्वायर दा होल स्क्वायर प्लस अपने को तीसरी टर्म आ गई 2gr ओमेगा स्क्वायर और cos 180 माइनस थीटा दा फार्मूला ਹੁੰਦਾ माइनस cos थीटा। पता जो बोलिया? Yes, sir. ਇਹਦਾ Yes, sir. ਤੇ ਆਪਣੇ ਕੋਲ माइनस cos लैम्डा आ जू। बहुत ही गलत है, ब्रैकेट से नाल डिफाइन कर रहे हैं कि cos 180 माइनस थीटा हुए ਤੇ ਇਹਨੂੰ माइनस cos थीटा लिख दे रहे हैं। क्लियर है बच्चे? Yes, 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 sir. Yes, sir. ਹੁਣ ਇੱਥੇ ਸਮਝੋਗੇ yes, sir. ਆਪਾਂ ਇਸ ਸਮਾਲ r ਦੀ ਵੈਲਿਊ, ਠੀਕ ਹੈ, ਮੇਰੀ ਨੋਨ ਵੇਰੀਏਬਲ ਨਹੀਂ ਹੈਗਾ। ਸਾਡਾ ਨੋਨ ਵੇਰੀਏਬਲ ਜਿਹੜਾ ਰੇਡੀਅਸ ਆਫ ਅਰਥ ਵਾ, ਠੀਕ ਹੈ, ਯਾਨੀ ਆ ਜਿਹੜਾ ਮੇਰਾ ਵੇਰੀਏਬਲ ਹੋਏਗਾ ਆ ਸਾਈਡ ਮੈਨੂੰ ਨੋਨ ਆ ਕਿ ਆ ਮੇਰਾ r ਗਿਵਨ ਆ ਮੇਰੇ ਕੋ ਰੇਡੀਅਸ ਆਫ ਅਰਥ ਗਿਵਨ ਆ ਮੇਰਾ ਸਮਾਲ r ਆ। ਤੇ ਜੇ ਮੈਂ ਸਮਾਲ r ਤੇ ਕੈਪੀਟਲ r ਦਾ ਆਪਸ ਵਿੱਚ ਰਿਲੇਸ਼ਨ ਦੇਣਾ ਹੋਵੇ, ठीक है, जे मैं आप ऐसा च ट्रायंगल लवा, इनु कुछ नाम दे दो। जे आप इते ट्रायंगल लेके चलिए ONP, इस ट्रायंगल दे अंदर स्मॉल r ते कैपिटल r दा रिलेशन देना होवे, एंगल दे सामने साइड परपेंडिकुलर आ स्मॉल r ते कैपिटल r वाली साइड बेस ते हाइपोटेन्यूज बनाओ। ਇਹਦਾ मतलब इथे कितने डिफाइन कर दो, इन ट्रायंगल ONP r over r equal to cos lambda ਤੇ r ਦੀ ਵੈਲਿਊ ਮੇਰੀ r cos lambda ਆ ਜਾਏਗੀ। क्या ਆ ਚੀਜ਼ क्लियर है? Yes, sir. इना क्लियर है जी? ਉਹ ਨਿਆਣਿਓ ਬੋਲਿਆ ਤਾਂ ਕਰੋ, ਇਨਾ क्लियर ਆ? Yes, sir. Yes, sir. ਹੁਣ ਜੇ ਇਸ ਵੈਲਿਊ ਨੂੰ ਆਪਾਂ ਇੱਥੇ ਆਪਣੇ ਰਿਲੇਸ਼ਨ 'ਚ ਯੂਜ਼ ਕਰ ਲਈਏ ਤੇ देयरफॉर ਆਪਣੇ ਕੋਲ ਆ ਜਾਏਗਾ g ਡੈਸ਼ ਇਕੁਅਲ ਟੂ ਰੂਟ ਆਫ g स्क्वायर और r ਦੀ ਥਾਂ ਤੇ ਵੈਲਿਊ ਪੁੱਟ ਅਪ ਕਰ ਲਓ। ਆਪਣੇ ਕੋਲ ਆ ਗਿਆ ਜੀ r cos lambda into omega square ਦਾ ਹੋਲ ਸਕੁਅਰ minus 2g into r cos lambda into omega square into cos lambda। तो हम रीअरेंज करके प्रॉपर टाइम ना लिख दियो। g डैश बन जाएगा मेरे को रूट ऑफ g स्क्वायर प्लस r ओमेगा स्क्वायर into cos lambda दा होल स्क्वायर माइनस ये तो भी इकट्ठा कर लो टर्म्स में, ये तो टर्म आ जाएगी 2r ओमेगा स्क्वायर into g into cos स्क्वायर lambda। आ स्टेप क्लियर? Yes, sir. हाँ जी, इतना क्लियर है सारे नु? Yes, Yes, sir. ऐसा तो Yes, sir. रिलेशन देना ना, तो इसलिए इथे एक स्टेप करने लगे नु g ना मल्टीप्लाई ते g ना डिवाइड। जे नु मैं g ना मल्टीप्लाई और g ना डिवाइड करा ते जेडे g ना डिवाइड करना जे रूट दे अंदर लेके जावा ते g स्क्वायर बन के जाऊ। yes, sir. ਇਹਦਾ ਮਤਲਬ ਜੇ Yes, इसे sir. बाहर लिख देता और g जरा अंदर लेके जाना g स्क्वायर बन जाना ते अपनी टर्म बन जाएगी g स्क्वायर बाय g स्क्वायर प्लस r ओमेगा स्क्वायर बाय g इनटू cos लैम्डा का होल स्क्वायर कर दो, क्योंकि ਇਹਦੇ नीचे ਜਦੋਂ g स्क्वायर लगावांगा ਤੇ ਉਹਦਾ स्क्वायर ਤੇ ਇਹਦਾ स्क्वायर कॉमन बना लो। ठीक है, और ਇਹਦੇ नीचे एडजस्ट कर दो -2r ओमेगा स्क्वायर बाय g स्क्वायर इनटू g cos स्क्वायर लैम्डा ਤੇ ਇਹਦੇ ਵਿੱਚੋਂ ਮੇਰੀ ਐਸਐਚ ਆ g ਦੀ ਇੱਕ ਵੈਲਿਊ ਜਿਹੜੀ ਇਹਦੇ ਵਿੱਚ ਕੈਨਸਲ ਹੋ ਜਾਣੀ। ਕਲੀਅਰ ਆ? Yes,
Yes, sir. Yes, sir. सॉल्व कर लो तो अपना आ जाएगा therefore g dash equal to g into under root of 1 plus r omega square by g into cos lambda the whole square, ठीक है जी, माइनस मेरे को आ गया ये तो जो लिख लो 2 r omega square by g into cos square lambda। स्टेप क्लियर है जी? Yes, sir. Yes, sir. ਹੁਣ ਸਮਝੋ ਇੱਥੇ ਧਿਆਨ ਨਾਲ r ਕੈਪੀਟਲ ਕਿਹਦਾ ਸਿੰਬਲ ਆ? Radius of So Earth. Radius of Earth. ਇਸ ਅਰਥ ਠੀਕ ਹੈ ਜੀ, ਵੈਲਿਊ ਫਿਕਸ ਆ, g ਦੀ ਵੈਲਿਊ 9.8 ਜਾਂ 10 ਮੇਰੇ ਕੋਲ ਫਿਕਸ ਆ, ਓਮੇਗਾ ਕਿਹਦਾ ਸਿੰਬਲ ਆ? Angular velocity. Angle of ਅਰਥ ਦੇ ਰੋਟੇਟ ਕਰਨ ਦੀ ਐਂਗੂਲਰ ਵੈਲੋਸਿਟੀ। ਤੇ ਐਂਗੂਲਰ ਵੈਲੋਸਿਟੀ ਦਾ ਫਾਰਮੂਲਾ ਆਪਾਂ ਨੂੰ ਇੱਕ ਪਤਾ ਜੇ ਦਿਮਾਗ 'ਚ ਹੋਵੇ ਤੁਹਾਡੇ, ਐਂਗੂਲਰ ਵੈਲੋਸਿਟੀ ਨੂੰ ਆਪਾਂ ਲਿਖਣਾ ਹੋਵੇ ਤੇ we know that angular velocity omega 2 pi by t ਹੁੰਦੀ ਜੀ। Yes, sir. ਅਰਥ ਆਪਣੇ ਐਕਸਿਸ ਦੇ ਉੱਤੇ ਇੱਕ ਰੋਟੇਸ਼ਨ ਕਿੰਨੇ ਟਾਈਮ 'ਚ ਪੂਰੀ ਕਰਦੀ? 365 days. 5 days. ਫੁੱਟ ਨਾ ਖਾ ਲਿਓ ਮੇਰੇ ਕੋਲੋਂ। 24 hours. 4 hours. hours. 24 hours. टाइम पीरियड ਦੀ ਵੈਲਿਊ 24 ਆਵਰਸ ਆ, ਯਾਨੀ 24 into 60 into 60 ਆ ਮੇਰੇ ਕੋਲ ਓਮੇਗਾ ਦੀ ਵੈਲਿਊ ਆ ਜੂ। ਠੀਕ ਹੈ ਜੀ, ਹੁਣ ਇੱਥੇ ਇੱਕ ਵੈਲਿਊ ਬਣਾਉਣ ਲੱਗਿਆ r ਓਮੇਗਾ ਸਕੁਅਰ ਬਾਈ g ਦੀ। ਠੀਕ ਹੈ ਜੀ, ਹੇਅਰ r ਓਮੇਗਾ ਸਕੁਅਰ ਬਾਈ g ਦੀ ਜੇ ਮੈਂ ਵੈਲਿਊ ਕੱਢਾਂ, ਅਰਥ ਦਾ ਰੇਡੀਅਸ 6400 ਕਿਲੋਮੀਟਰ ਆ। ਠੀਕ ਹੈ ਜੀ, ਮੀਟਰ ਚ ਉਹਨੂੰ ਚੇਂਜ ਕਰ ਲਵਾਂ, ਓਮੇਗਾ ਦੀ ਵੈਲਿਊ ਇੱਥੋਂ ਬਣਾ ਲਵਾਂ, g ਦੀ ਵੈਲਿਊ 9.8 ਪੁੱਟ ਅਪ ਕਰ ਲਵਾਂ। ਇੱਕ ਭਰਨੀਆਂ ਨਹੀਂ ਵੈਲਿਊਜ਼, ਤੁਸੀਂ ਡਾਇਰੈਕਟ ਲਿਖੋਗੇ ਬਸ substituting the values of all these standard constant, the value of r omega square by g, it comes out to be 1/289। मतलब ਇਹਦੀ ਵੈਲਿਊ 1 ਤੋਂ ਬਹੁਤ ਛੋਟੀ ਆਣੀ ਹੈ। ਗੱਲ ਸਮਝ ਲੱਗੀ ਜੋ ਬੋਲੀ ਮੈਂ? sir. Yes, ਜੇ sir. ਮੈਂ r ਦੀ Yes, sir. omega ਦੀ g ਦੀ ਸਾਰੀਆਂ ਵੈਲਿਊਜ਼ ਬੇਟਾ ਪੁੱਟ ਅਪ ਕਰ ਲਵਾਂ ਨਾ, ਤਾਂ ਜਦੋਂ ਦੀ ਕੈਲਕੂਲੇਸ਼ਨ ਕਰਾਂਗੇ ਉਹ ਕਹਿੰਦਾ ਜੀ ਇਹਦੀ ਵੈਲਿਊ 1/289 ਬਣਦੀ ਅਰਥ ਵਾਸਤੇ। ਤੇ ਜੇ ਮੈਂ ਹੁਣ ਇੱਥੇ ਚੱਲਾਂ, ਹੁਣ ਇੱਥੇ ਧਿਆਨ ਨਾਲ ਸਮਝਿਓ ਗੱਲ ਨੂੰ, ਜੇ ਆਪਾਂ ਇਸ ਸਟੈਪ 'ਚ ਚੱਲੀਏ ਇੱਥੇ r ਓਮੇਗਾ ਸਕੁਅਰ ਬਾਈ g ਦਾ ਹੋਲ ਸਕੁਅਰ ਆ, ਯਾਨੀ 1/289 ਦਾ ਹੋਲ ਸਕੁਅਰ। ਠੀਕ ਹੈ, ਤੇ ਇੱਥੇ r ਓਮੇਗਾ ਸਕੁਅਰ ਬਾਈ g ਆ। ਇਹਦਾ ਮਤਲਬ ਹੋ ਗਿਆ ਇਹ r ਓਮੇਗਾ ਸਕੁਅਰ ਬਾਈ g ਦੇ ਕੰਪੈਰੀਟਿਵਲੀ ਆ ਉਹਦੇ ਹੋਲ ਸਕੁਅਰ ਵਾਲੀ ਟਰਮ ਤਾਂ ਬਹੁਤ ਛੋਟੀ ਹੋ ਜੂ। Yes, sir. Yes, sir. Yes, sir. ਜੇ ਇਹ ਟਰਮ ਬਹੁਤ ਨੈਗਲੀਜੀਬਲ ਹੋ ਜਾਏਗੀ, ਅਸੀਂ ਇਸ ਪੂਰੇ ਦੀ ਪੂਰੀ ਬ੍ਰੈਕਟ ਵਾਲੀ ਟਰਮ ਨੂੰ ਨੈਗਲੈਕਟ ਕਰ ਦਾਂਗੇ। ਇਹ ਮਲ g ਔਰ ਇੱਕ ਚੀਜ਼ ਹੋਰ ਨਾਲ ਜੋੜ ਦਵਾਂ ਕਿ cos ਲੈਮਡਾ ਕਿਉਂ ਨੈਗਲੈਕਟ ਕਰ ਲਿਆ? ਕਿਉਂਕਿ cos ਦੀ ਵੱਧ ਤੋਂ ਵੱਧ ਵੈਲਿਊ 1 ਹੁੰਦੀ ਹੈ। cos 0 ਡਿਗਰੀ ਦੀ ਵੈਲਿਊ ਸਾਡੇ ਕੋਲ 1 ਆਂਦੀ ਹੈ। ਇਹ ਮਲ ਜੇ cos ਲੈਮਡਾ ਦੀ ਵੈਲਿਊ 1 ਭਰ ਵੀ ਦਵਾਂ ਤੇ ਤਾਂ ਵੀ ਆ ਸਾਰੀ ਚੀਜ਼ ਦੀ ਵੈਲਿਊ 1/289 ਦਾ ਹੋਲ ਸਕੁਅਰ ਬਣਦੀ ਹੈ। ਇਟ ਮੀਨ ਦੈਟ ਸ਼ੁੱਡ ਬੀ ਵੈਰੀ ਸਮਾਲਰ as compared to that of the r omega square by g। क्या इतनी गल समझ लगी? Yes. Yes, sir. Yes, sir. So, Yes, sir. कंप्लीट कर रहे हैं, ठीक है जी। so neglect the term containing, अपनी टर्म आ जाएगी केड़ी जी? r omega square by g। ठीक है, r omega square by g into cos lambda ਦਾ ਹੋਲ ਸਕੁਅਰ। ਇਸ ਟਰਮ ਨੂੰ ਨੈਗਲੈਕਟ ਕਰ ਦਵਾਂਗੇ ਤੇ ਇਹਨੂੰ ਨੈਗਲੈਕਟ ਕਰਕੇ ਜਿਹੜਾ ਫਾਰਮੂਲਾ ਰਹਿ ਜੂ ਸਿਰਫ ਇੱਥੇ ਤੱਕ ਕੰਪਲੀਟ ਕਰ ਦਈਏ। ਠੀਕ ਹੈ, ਫਿਰ ਕੱਲ ਨੂੰ ਇਹ ਜਦੋਂ ਨੈਕਸਟ ਕਲਾਸ ਹੋ ਚ ਕੰਪਲੀਟ ਕਰਾਂਗੇ। देयरफॉर g डैश ਦਾ ਫਾਰਮੂਲਾ ਆਪਣੇ ਕੋਲ ਆ ਜਾਣਾ g into under root of 1 minus 2r omega square by g into cos square lambda। ਯਾਨੀ ਆ ਇੱਥੇ ਆਪਾਂ ਇਹਨੂੰ ਰੋਕਣ ਲੱਗੇ, इन्नी अपनी g डैश ਦੀ ਵੈਲਿਊ ਬਣੀ ਆ। क्या इतना क्लियर है? Yes, sir. Yes, sir. Yes, sir. इतना समय लग गया पहलो जी? Yes, Yes, sir.